ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਚੋਣਾਂ ਮੌਕੇ ਈਡੀ ਦੀ ਛਾਪੇਮਾਰੀ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ। ਚਰਨਜੀਤ ਜੀ, ਪੰਜਾਬ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਤੇ ਪੰਜਾਬ ਚੋਣਾਂ ਤੋਂ ਕੁਝ ਦਿਨ ਪਹਿਲਾਂ ਜਿਹੜੀ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਈਡੀ ਦੀ ਛਾਪੇਮਾਰੀ ਹੁੰਦੀ ਹੈ, ਜਿਸ ਨੇ ਕਿ ਸਿਆਸੀ ਮਾਹੌਲ ਨੂੰ ਇੱਕ ਨਵਾਂ ਮੋੜਾ ਦੇ ਦਿੱਤਾ ਹੈ। ਜੇਕਰ ਗੱਲ ਕਰੀਏ ਭਾਜਪਾ ਵੱਲੋਂ ਰੇਤ ਮਾਫੀਆ ਨੂੰ ਉਭਾਰਿਆ ਜਾ ਰਿਹਾ ਤਾਂ ਕਾਂਗਰਸ ਵੱਲੋਂ ਇਸ ਨੂੰ ਬਦਲਾਖੋਰੀ ਦੱਸਿਆ ਜਾ ਰਿਹਾ। ਅਸੀਂ ਜਾਣਨਾ ਚਾਹਾਂਗੇ ਜਿਹੜੀ ਪੰਜਾਬ ਦੇ ਵਿੱਚ ਈਡੀ ਦੀ ਛਾਪੇਮਾਰੀ ਹੋਈ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਸ ਤਰ੍ਹਾਂ ਸਾਡੀ ਸਿਆਸਤ ਦਾ ਮੁਹਾਂਦਰਾ ਜਿਹੜਾ ਡੇ ਬਾਈ ਡੇ ਬਦਲਦਾ ਜਾ ਰਿਹਾ ਹੈ, ਉਸ ਤਰ੍ਹਾਂ ਹੀ ਸਰਕਾਰਾਂ ਦੇ ਔਰ ਜਿਹੜੀ ਸਿਆਸੀ ਜਮਾਤ ਦੇ ਕੰਮ ਕਰਨ ਦੇ ਜਿਹੜੇ ਤੌਰ ਤਰੀਕੇ ਨੇ ਜਾਂ ਢੰਗ ਤਰੀਕੇ ਨੇ, ਉਹਨਾਂ ਦੇ ਵਿੱਚ ਵੀ ਬਦਲਾਅ ਆ ਰਿਹਾ ਹੈ। ਹੁਣ ਨਾ ਤਾਂ ਜਿਹੜੀ ਸਿਆਸਤ ਹੈ ਉਹ ਮਿਸ਼ਨ ਰਹੀ ਹੈ ਅਤੇ ਨਾ ਹੀ ਜਿਹੜੀ ਪੋਲੀਟਿਕਸ ਹੈ ਹੁਣ ਸੇਵਾ ਰਹੀ ਹੈ ਜੀ। ਹੁਣ ਇਸ ਨੂੰ ਇੱਕ ਕਾਰੋਬਾਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ। ਜਿਸ ਤਰ੍ਹਾਂ ਬਿਜ਼ਨਸਮੈਨ ਲੋਕ ਵੱਖ-ਵੱਖ ਸੈਕਟਰਾਂ 'ਚ ਆਪਣਾ ਨਿਵੇਸ਼ ਕਰਦੇ ਨੇ, ਉਸੇ ਤਰ੍ਹਾਂ ਹੀ ਜਿਹੜੇ ਪੋਲੀਟੀਸ਼ੀਅਨ ਹੈ ਉਹ ਵੀ ਪੋਲੀਟਿਕਸ ਦੇ ਵਿੱਚ ਇੱਕ ਤਰ੍ਹਾਂ ਦੀ ਇੱਕ ਇਨਵੈਸਟਮੈਂਟ ਹੈ ਜਿਹੜੀ ਉਹ ਕਰਦੇ ਨੇ ਜੀ। ਤਾਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਵੀ ਚੋਣਾਂ ਦੇ ਵਿੱਚ ਹਿੱਸਾ ਲੈਂਦੀਆਂ ਨੇ, ਤਾਂ ਇਸ ਸੈਕਟਰ ਦੇ ਵਿੱਚ ਜਿੰਨੇ ਵੀ ਲੋਕ ਕੁੱਦੇ ਨੇ ਚੋਣਾਂ ਦੇ ਵਿੱਚ, ਉਹ ਸਾਰੀਆਂ ਪਾਰਟੀਆਂ ਇੱਕ ਦੂਜੇ ਦੀ ਨਬਜ਼ ਤੋਂ ਜਾਣੂ ਹੁੰਦੀਆਂ। ਇੱਕ ਦੂਜੇ ਦੀ ਨਬਜ਼ ਹੈ ਜਿਹੜੀ ਉਹਨਾਂ ਦੇ ਹੱਥ ਹੁੰਦੀ ਹੈ ਜੀ। ਸੋ ਇਹ ਨਬਜ਼ ਨੂੰ ਦੇਖਦਾ ਕਿ ਨਬਜ਼ ਪਤਾ ਹੁੰਦੀ ਹੈ, ਕਮਜ਼ੋਰੀ ਇੱਕ ਦੂਸਰੇ ਦੀ ਕਮੀਆਂ ਦਾ ਪਤਾ ਹੁੰਦਾ ਹੈ। ਪਰ ਜਦੋਂ ਵੀ ਮੌਕਾ ਲੱਗਦਾ ਹੈ ਤਾਂ ਮੌਕਾ ਤਾੜ ਕੇ ਪੋਲੀਟੀਕਲ ਪਾਰਟੀਆਂ ਹੈ ਉਹ ਆਪਣੇ ਮਨੋਰਥ ਹੈ ਜਾਂ ਆਪਣੇ ਪੋਲੀਟੀਕਲ ਮੋਟਿਵ ਹੈ ਉਹ ਸੈਟਲ ਕਰ ਲੈਂਦੀਆਂ ਨੇ ਜੀ। ਤਾਂ ਇਸੇ ਕੜੀ ਦੇ ਵਿੱਚ ਹੀ ਜਿਹੜੀ ਸਾਡੀ ਕੇਂਦਰ ਸਰਕਾਰ ਹੈ ਉਹਨੇ ਵੀ ਸਮੇਂ-ਸਮੇਂ 'ਤੇ ਜਿਹੜੀਆਂ ਕੇਂਦਰੀ ਏਜੰਸੀਆਂ ਨੇ, ਚਾਹੇ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਹੋਵੇ, ਚਾਹੇ ਇਨਕਮ ਟੈਕਸ ਹੋਵੇ, ਚਾਹੇ CBI ਹੋਵੇ, ਖਾਸ ਕਰਕੇ ਚੋਣਾਂ ਤੋਂ ਪਹਿਲਾਂ ਇਹਨਾਂ ਦੀ ਛਾਪੇਮਾਰੀ ਹੈ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਜੀ। ਤਾਂ ਹੁਣ ਪੰਜਾਬ ਦੇ ਵਿੱਚ ਵੀ ਭਾਜਪਾ ਨੇ ਇਹ ਛਾਪੇਮਾਰੀ ਕੀਤੀ ਹੈ ਅਤੇ ਤਕਰੀਬਨ 10 ਟਿਕਾਣਿਆਂ 'ਤੇ ਪੰਜਾਬ ਦੇ ਵਿੱਚ ਇੱਕੋ ਟਾਈਮ ਛਾਪੇ ਮਾਰੇ ਨੇ ਔਰ 23 ਘੰਟੇ ਇਹ ਰੇਡ ਹੈ ਜਿਹੜੀ ਚੱਲੀ ਹੈ। ਇਹਦੇ ਵਿੱਚ ਕਾਫੀ ਜਿਹੜੀ ਨਕਦੀ ਹੈ ਉਹ ਵੀ ਬਰਾਮਦ ਹੋਈ ਹੈ ਜੀ। ਤਾਂ ਸਵਾਲ ਇਹ ਉੱਠਦਾ ਹੈਗਾ ਕਿ ਇਹ ਛਾਪੇ ਇਸ ਟਾਈਮ 'ਤੇ ਕਿਉਂ ਮਾਰੇ ਗਏ, ਟਾਈਮਿੰਗ ਨੂੰ ਲੈ ਕੇ। ਇਸ ਦੀ ਜੀ। ਟਾਈਮਿੰਗ ਤੋਂ ਪਹਿਲਾਂ ਜੇ ਆਪਾਂ ਇਹ ਦੇਖੀਏ ਕਿ ਛਾਪੇ 'ਤੇ ਕਿਸੇ ਨੂੰ ਹੈਰਾਨੀ ਹੋਈ ਹੋਏਗੀ, ਇਹ ਨਹੀਂ ਹੋਏਗੀ, ਕਿਉਂਕਿ ਇਹ ਅਲੋਕਾਰੀ ਗੱਲ ਨਹੀਂ। ਭਾਜਪਾ ਦੇ ਪੈਂਤੜੇ ਤੋਂ ਸਭ ਲੋਕ ਜਾਣੂ ਨੇ ਜੀ ਕਿ ਕੇਂਦਰੀ ਏਜੰਸੀਆਂ ਨੂੰ ਕਿਸ ਤਰ੍ਹਾਂ ਜਿਹੜਾ ਮਿਸਯੂਜ਼ ਕੀਤਾ ਜਾ ਰਿਹਾ ਹੈਗਾ। ਇਹ ਕੋਈ ਅਲੋਕਾਰੀ ਗੱਲ ਨਹੀਂ ਲੱਗਦੀ ਲੋਕਾਂ ਨੂੰ, ਨਾ ਇਸ ਗੱਲ 'ਤੇ ਕੋਈ ਹੈਰਾਨੀ ਹੁੰਦੀ ਹੈ ਜਦੋਂ ਕਿਸੇ ਵੀ ਸਟੇਟ ਦੇ ਵਿੱਚ, ਸੂਬੇ 'ਚ ਇਸ ਕਿਸਮ ਦੀਆਂ ਜਿਹੜੀਆਂ ਰੇਡਸ ਹੁੰਦੀਆਂ ਨੇ। ਜੀ। ਹੈਰਾਨੀ ਇਸ ਗੱਲ ਤੋਂ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਹੋਈ ਹੋਗੀ ਕਿ ਇਹਨਾਂ ਛਾਪਿਆਂ ਦੇ ਦੌਰਾਨ ਤਕਰੀਬਨ ਜਿਹੜੀ ਰਾਸ਼ੀ ਕੱਲ੍ਹ ਦੱਸੀ ਜਾ ਰਹੀ ਸੀ ਜਾਂ ਈਡੀ ਨੇ ਦਾਅਵਾ ਕੀਤਾ ਹੈ ਕਿ 6 ਕਰੋੜ ਸੀ, ਉਹ ਵੱਧ ਕੇ 10 ਕਰੋੜ ਹੋ ਗਈ। ਜੀ। ਕਿ ਇਹਨਾਂ ਟਿਕਾਣਿਆਂ ਤੋਂ 10 ਕਰੋੜ ਦੀ ਜਿਹੜੀ ਇੰਨੀ ਬਰਾਮਦਗੀ ਹੈ ਜਿਹੜੀ ਹੋਈ ਹੈ, ਕਿ ਉਹ ਪੈਸਾ ਕਿੱਥੋਂ ਆਇਆ, ਇਸ ਨੂੰ ਲੈ ਕੇ ਜ਼ਰੂਰ ਲੋਕ ਹੈ ਜਿਹੜੇ ਉਹ ਹੈਰਾਨ ਹੋਏ ਹੋਣਗੇ। ਬਿਲਕੁਲ। ਵੈਸੇ ਤਾਂ ਸਾਡੇ ਲੋਕਾਂ ਦਾ, ਇੰਡੀਆ ਦੇ ਲੋਕਾਂ ਦਾ ਉਹਦੀ ਮੱਥਾ ਠਣਕ ਗਿਆ ਸੀ ਇੱਕ ਤਰੀਕੇ ਨਾਲ। ਤੁਹਾਡੇ ਚੇਤੇ ਹੋਏਗਾ ਕਿ ਜਦੋਂ ਨਵੰਬਰ ਮਹੀਨੇ ਦੇ ਵਿੱਚ 2021 ਦੇ ਵਿੱਚ CBI ਦਾ ਅਤੇ ਔਰ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਜਿਹੜੇ ਡਾਇਰੈਕਟਰ ਨੇ, ਉਹਨਾਂ ਦੀ ਜਿਹੜੀ ਟਰਮ ਦੇ ਵਿੱਚ 2 ਸਾਲ ਤੋਂ ਵਧਾ ਕੇ 5 ਸਾਲ ਦਾ ਵਾਧਾ ਕਰ ਦਿੱਤਾ ਸੀ। ਹਾਲਾਂਕਿ ਉਦੋਂ ਆਤਿਸ਼ ਜੀ ਸੈਸ਼ਨ ਆ ਜਿਹੜਾ ਸਿਰ 'ਤੇ ਸੀ, 2 ਹਫ਼ਤੇ ਰਹਿੰਦੇ ਸੀਗੇ, ਪਰ ਕੇਂਦਰ ਸਰਕਾਰ ਨੇ ਰਾਤੋਂ ਰਾਤ ਜਿਹੜਾ ਆਰਡੀਨੈਂਸ ਲਿਆ ਕੇ ਦੋਨਾਂ ਜਿਹੜੇ ਏਜੰਸੀਆਂ ਦੇ ਡਾਇਰੈਕਟਰ ਹੈ ਉਹਨਾਂ ਦੇ ਕਾਰਜਕਾਲ ਦੇ ਵਿੱਚ ਵਧਾ ਦਿੱਤਾ ਗਿਆ ਸੀ। 2 ਸਾਲ ਤੋਂ 5 ਸਾਲ ਕਰ ਦਿੱਤਾ ਗਿਆ ਸੀ। ਹੁਣ ਜਦੋਂ ਇਹ ਛਾਪੇ ਪਏ ਨੇ, ਦੇਖੋ ਅਸੀਂ ਇਹ ਕਹਿੰਦੇ ਕਿ ਕ੍ਰਾਈਮ ਤਾਂ ਕ੍ਰਾਈਮ ਹੀ ਹੈ, ਪਰ ਜਿਹੜੀ ਹੁਣ ਇਹ ਛਾਪੇ ਇਸ ਮੌਕੇ 'ਤੇ ਮਾਰਨੇ ਕਿ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਇਆ, ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਭਖਿਆ ਹੋਇਆ ਹੈ, ਤਾਂ ਇਸ ਮੌਕੇ ਨੂੰ ਵਰਤਣਾ ਤਾਂ ਭਾਜਪਾ ਚਾਹੁੰਦੀ ਸੀ ਕਿ ਉਹ ਪੰਜਾਬ ਦੇ ਇਲੈਕਸ਼ਨ ਦੇ ਵਿੱਚ ਇੱਕ ਤਰ੍ਹਾਂ ਦਾ ਇੱਕ ਨਵਾਂ ਮੋੜਾ ਦੇਣ ਦੇ ਲਈ ਜਾਂ ਜਿਹੜੀ ਪੰਜਾਬ ਦੀ ਹਾਕਮਤ ਹੈ ਉਹਨੂੰ ਨੀਵਾਂ ਦਿਖਾਉਣ ਦੇ ਲਈ ਜਾਂ ਉਸ ਦੀ ਜਿਹੜੀ ਪੈਂਚ ਹੈ ਜਿਹੜੀ ਬਣੀ ਹੋਈ ਉਹਨੂੰ ਹੇਠਾਂ ਕਰਨ ਦੇ ਲਈ ਜਾਂ ਵਿਰੋਧੀ ਪਾਰਟੀਆਂ ਨੂੰ ਇੱਕ ਮੌਕਾ ਦੇਣ ਦੇ ਲਈ ਇਹ ਸਾਰਾ ਕੁਛ ਕੀਤਾ ਗਿਆ ਹੈਗਾ। ਕਿ ਉਹਨਾਂ ਨੂੰ ਪਹਿਲਾਂ ਵੀ ਪਤਾ ਹੋਏਗਾ ਕਿ ਕ੍ਰਾਈਮ ਹੋ ਰਿਹਾ,
ਇਹ ਸਭ ਕੁਝ ਤੋਂ ਏਜੰਸੀਆਂ ਜਿਹੜੀਆਂ ਕੇਂਦਰੀ ਏਜੰਸੀਆਂ ਜਾਣੂ ਹੁੰਦੀਆਂ ਨੇ। ਦੂਸਰੀ ਗੱਲ ਇਹ ਆ ਰਹੀ ਹੈ ਕਿ ਸਿਲੈਕਟਿਵ ਅਪਰੋਚ ਹੈ ਜਿਹੜੀ ਭਾਜਪਾ ਦੀ, ਉਸ 'ਤੇ ਵੀ ਉਂਗਲ ਉੱਠ ਰਹੀ ਹੈ ਕਿ ਸਿਰਫ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਕੀ ਜਿਹੜੇ ਭਾਜਪਾ ਦੇ ਲੋਕ ਜਾਂ ਉਹਨਾਂ ਦੇ ਅਲਾਈਅੰਸ ਪਾਰਟਨਰ ਨੇ, ਕੀ ਉਹ ਸਾਰੇ ਦੁੱਧ ਧੋਤੇ ਨੇ? ਇਸ ਗੱਲ ਨੂੰ ਵੀ ਲੈ ਕੇ ਜਿਹੜੀ ਟਾਈਮ 'ਤੇ ਉਂਗਲ ਹੈ ਜਿਹੜੀ ਉੱਠਦੀ ਰਹੀ ਹੈ। ਤਾਂ ਦੇਖੋ, ਜਦੋਂ ਵੀ ਕਿਸ ਦੀ ਬਾਂਹ ਮਰੋੜਨੀ ਹੁੰਦੀ ਹੈ ਪੋਲੀਟੀਕਲੀ, ਆਪਣੇ ਸਕੋਰ ਹੈ ਜਿਹੜੇ ਭਾਜਪਾ ਨੇ ਸੈਟਲ ਕਰਨੇ ਹੁੰਦੇ ਹੈ, ਪੋਲੀਟੀਕਲ ਮਫਾਦ ਹੱਲ ਕਰਨੇ ਹੁੰਦੇ ਨੇ, ਤਾਂ ਇਹਨਾਂ ਏਜੰਸੀਆਂ ਨੂੰ ਇੱਕ ਟੂਲ ਦਾ ਹਥਿਆਰ ਬਣਾ ਕੇ ਜਾਂ ਟੂਲ ਬਣਾ ਕੇ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਯੂਪੀ ਦੇ ਵਿੱਚ ਕਿਹਾ ਜਾਂਦਾ ਹੈ ਪੋਲੀਟੀਕਲੀ ਕਿ ਮਾਇਆਵਤੀ 'ਤੇ ਇੱਕ ਵਾਰ ਚੜ੍ਹਾਈ ਕੀਤੀ ਸੀ ਇਹਨਾਂ ਏਜੰਸੀਆਂ ਨੇ, ਪਰ ਹੁਣ ਮਾਇਆਵਤੀ ਦੀ ਟੋਨ ਹੈ ਜਿਹੜੀ ਉਹ ਪਹਿਲਾਂ ਵਾਲੀ ਨਹੀਂ ਰਹੀ। ਇਸ ਤਰ੍ਹਾਂ ਆਪ ਬਾਰੇ ਕਿਹਾ ਜਾਂਦਾ ਪੋਲੀਟੀਕਲ ਸਰਕਲਾਂ ਦੇ ਵਿੱਚ ਕਿ ਉਹਨਾਂ ਨੇ ਵੀ ਪਹਿਲਾਂ ਉਹਨਾਂ ਦੇ ਵੀ ਵਜ਼ੀਰਾਂ 'ਤੇ ਜਿਹੜੀ ਇਸ ਕਿਸਮ ਦੀ ਦਬਸ਼ਪ ਹੋਈ ਸੀ ਇਹਨਾਂ ਏਜੰਸੀਆਂ ਦੀ, ਪਰ ਬਾਅਦ ਜੋ 370 ਦਾ ਮਾਮਲਾ ਆਉਂਦਾ ਹੈ, ਆਪ ਉਹਨਾਂ ਦੀ ਹਾਂ ਦੇ ਵਿੱਚ ਹਾਂ ਮਿਲਾਉਂਦੀ ਹੈ, ਤਾਂ ਉਸ ਤੋਂ ਬਾਅਦ ਆਪ ਵਾਲਿਆਂ ਦੇ ਵੀ ਟਿਕਾਣਿਆਂ 'ਤੇ ਕਦੇ ਇੱਦਾਂ ਦੀ ਕੋਈ ਰੇਡ ਸੁਣਨ ਨੂੰ ਹੁਣ ਨਹੀਂ ਮਿਲੀ। ਕਿਉਂਕਿ ਸਾਰੇ ਸਿਆਸੀ ਮਾਹਰ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਦੇ ਨੇ ਕਿ ਜਿਹੜੇ ਲੋਕ ਇਹਨਾਂ ਨਾਲ ਮਿਲ ਜਾਂਦੇ ਨੇ ਉਹ ਸਾਰੇ ਦੁੱਧ ਧੋਤੇ ਹੋ ਜਾਂਦੇ ਨੇ, ਉਹ ਸਭ ਠੀਕ ਹੋ ਜਾਂਦੇ ਨੇ। ਅਤੇ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲੈਣ ਦੇ ਲਈ, ਉਹਨਾਂ ਨੂੰ ਦਬਾਉਣ ਦੇ ਲਈ, ਉਹਨਾਂ ਨੂੰ ਡਰਾਉਣ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਵਰਤੇ ਜਾਂਦੇ ਨੇ। ਆਪਣੇ ਤਾਂ ਸਾਹਮਣੇ ਹੈ ਕਿ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤਾਂ ਜਿੰਨੇ ਵੀ ਆੜ੍ਹਤੀਆਂ ਨੇ ਸਾਥ ਦਿੱਤਾ ਸੀ ਕਿਸਾਨ ਅੰਦੋਲਨ ਦੇ ਵਿੱਚ, ਉਹਨਾਂ ਦੇ ਘਰਾਂ ਦੇ ਵਿੱਚ ਇਨਕਮ ਟੈਕਸ ਦੀ ਰੇਡ ਹੋ ਗਈ ਸੀ। ਪਿੱਛੇ ਜੇ ਤੁਸੀਂ ਦੇਖਿਆ ਹੋਵੇਗਾ NDTV ਦੇ ਵਿੱਚ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ 2014 ਤੋਂ ਲੈ ਕੇ ਹੁਣ ਤੱਕ 570 ਜਿਹੜੇ ਹਸਤੀਆਂ ਨੇ ਪੋਲੀਟੀਕਲ ਭਾਜਪਾ ਦੇ ਵਿਰੋਧ ਦੇ ਵਿੱਚ ਖੜ੍ਹਦੀਆਂ ਨੇ, ਜਾਂ ਕੋਈ ਮੀਡੀਆ ਹਾਊਸਿਸ ਹੈਗੇ ਨੇ, ਜਾਂ ਕੋਈ ਬਿਊਰੋਕਰੇਟ ਨੇ ਇਸ ਕਿਸਮ ਦੇ, ਜਾਂ ਸਰਕਾਰ ਦੇ ਕੋਈ ਵੀ ਆਲੋਚਕ ਨੇ, ਉਹਨਾਂ ਦੇ ਖਿਲਾਫ ਜਿਹੜੇ ਕੇਂਦਰੀ ਏਜੰਸੀਆਂ ਨੂੰ ਵਰਤਿਆ ਗਿਆ ਹੈਗਾ। ਤਾਂ ਇਹ ਰਿਪੋਰਟ ਪਰ ਉਹਦੇ ਵਿੱਚ ਸਭ ਤੋਂ ਵੱਧ ਜਿਹੜੇ ਕਾਂਗਰਸ ਦੇ ਲੋਕ ਆਏ ਸੀ 75, ਤ੍ਰਿਣਮੂਲ ਕਾਂਗਰਸ ਦੇ ਆਏ ਸੀ 36। ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵੀ 2 ਲੋਕਾਂ ਦਾ ਉਹਦੇ ਵਿੱਚ ਰਿਪੋਰਟ ਦੇ ਵਿੱਚ ਨਾਂ ਆਇਆ ਸੀਗਾ। ਪੰਜਾਬ ਦੇ ਵਿੱਚ ਸੁਖਪਾਲ ਖਹਿਰਾ ਦੇਖੋ ਪਿੱਛੇ ਈਡੀ ਦੇ ਵਿੱਚ ਹੁਣ ਜੇਲ੍ਹ ਦੇ ਵਿੱਚ ਹੈਗੇ ਨੇ। ਇਸ ਤਰ੍ਹਾਂ ਮਨਪ੍ਰੀਤ ਇਆਲੀ 'ਤੇ ਜਿਹੜਾ ਇਨਕਮ ਟੈਕਸ ਦੀ ਰੇਡ ਹੋਈ ਸੀ, ਉਸੇ ਦੌਰਾਨ ਲੁਧਿਆਣੇ ਦੇ ਇੱਕ ਕਾਰੋਬਾਰੀ 'ਤੇ ਜਿਹੜਾ ਪੋਲੀਟੀਕਲ ਕਨੈਕਸ਼ਨ ਵਾਲਾ ਸੀ, ਉਸ ਤੇ ਈਡੀ ਨੇ ਰੇਡ ਕੀਤੀ ਸੀ। ਤਾਂ ਇਹਨਾਂ ਦੀ ਜਿਹੜੀ ਵਿਸ਼ਵਾਸਯੋਗਤਾ ਇਹਨਾਂ ਏਜੰਸੀਆਂ ਦੀ ਸਾਡੇ ਪੋਲੀਟੀਕਲ ਲੋਕਾਂ ਨੇ ਉਹਨਾਂ 'ਤੇ ਵੀ ਇੱਕ ਤਰ੍ਹਾਂ ਦਾ ਦਾਗ ਲਾ ਦਿੱਤਾ। ਇਸ ਕਰਕੇ ਲੋਕ ਉਹਨਾਂ ਦੀ ਕ੍ਰੈਡੀਬਿਲਿਟੀ 'ਤੇ ਜਿਹੜਾ ਹੈਗਾ ਉਹ ਸ਼ੱਕ ਕਰਦੇ ਨੇ, ਕਿਉਂਕਿ ਚੋਣਾਂ ਮੌਕੇ ਹੁਣ ਜਦੋਂ ਪੰਜਾਬ 'ਚ ਚੋਣਾਂ ਨੇ ਤਾਂ ਹੁਣ ਈਡੀ ਦੀ ਛਾਪੇਮਾਰੀ ਸਾਡੇ ਪੰਜਾਬ ਦੇ ਵਿੱਚ ਹੋ ਗਈ। ਸਾਡੇ ਮੁੱਖ ਮੰਤਰੀ ਦੇ ਇੱਕ ਰਿਸ਼ਤੇਦਾਰਾਂ ਦੇ ਘਰਾਂ 'ਤੇ ਵੀ ਇਹਨਾਂ ਨੇ ਰੇਡ ਕੀਤੀ ਹੈਗੀ ਹੈ। ਇਸ ਤਰ੍ਹਾਂ ਹੋਰ ਹੈ ਜਿਹੜੇ ਕੋਈ ਇੱਧਰ ਹੈਗੇ ਅਮਲੋਹ ਕੋਲੇ ਹੈ ਇੱਕ ਸਾਬਕਾ ਸਰਪੰਚ, ਉਸ 'ਤੇ ਰੇਡ ਕੀਤੀ ਹੈ, ਪਠਾਨਕੋਟ ਦੇ ਵਿੱਚ ਕੀਤੀ ਹੈ। ਤਕਰੀਬਨ 10 ਟਿਕਾਣੇ ਜਿੱਥੇ ਇਸ ਕਿਸਮ ਦੀ ਜਿਹੜੀ ਛਾਪੇਮਾਰੀ ਹੋਈ ਹੈਗੀ ਹੈ। ਪੰਜਾਬ 'ਚ ਚੋਣਾਂ ਤੋਂ ਪਹਿਲਾਂ ਹੋਈ ਹੈ। ਤਾਂ ਜਿਹੜਾ ਭਾਜਪਾ ਦਾ ਟਰੈਕ ਰਿਕਾਰਡ ਹੈ ਉਹ ਵੀ ਇਸ ਕਿਸਮ ਦਾ ਰਿਹਾ ਹੈਗਾ। ਆਪਾਂ ਵੈਸਟ ਬੰਗਾਲ ਦੀ ਗੱਲ ਕਰ ਲਈਏ, ਉੱਥੇ ਮਮਤਾ ਬੈਨਰਜੀ ਦਾ ਰਿਸ਼ਤੇਦਾਰ ਹੈਗਾ ਅਭਿਸ਼ੇਕ, ਉਹਨੂੰ ਤਲਬ ਕੀਤਾ ਗਿਆ ਸੀ, ਉਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਉਸ ਤੋਂ ਪਹਿਲਾਂ ਮਹਾਰਾਸ਼ਟਰ 'ਚ ਜਦੋਂ ਚੋਣਾਂ ਸੀ ਤਾਂ ਉਦੋਂ ਸ਼ਰਦ ਪਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਤਰ੍ਹਾਂ ਟਾਈਮ ਟੂ ਟਾਈਮ ਜਦੋਂ ਵੀ ਚੋਣਾਂ ਆਉਂਦੀਆਂ ਨੇ, ਚਾਹੇ ਉਹ ਮੱਧ ਪ੍ਰਦੇਸ਼ ਕਮਲਨਾਥ ਨੂੰ ਵੀ ਨਿਸ਼ਾਨਾ ਬਣਾਇਆ, ਉਹਦੇ ਕਰੀਬੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ। ਇਸ ਤਰ੍ਹਾਂ ਕਰਨਾਟਕਾ ਦੇ ਵਿੱਚ, ਕੇਰਲਾ ਦੇ ਵਿੱਚ, ਤਾਂ ਜਿੱਥੇ ਵੀ ਚੋਣਾਂ, ਪਿਛਲਾ ਯੂਪੀ ਦੇ ਵਿੱਚ ਦੇਖ ਲਓ ਤੁਸੀਂ, ਤਾਂ ਉਹਦੀ ਜਿਹੜੀ ਛਾਪੇਮਾਰੀ ਸ਼ੁਰੂ ਹੋ ਜਾਂਦੀ ਹੈ। ਇਸ ਕਰਕੇ ਚਾਹੇ ਇਹ ਠੀਕ ਹੈ ਕਿ ਚੋਣਾਂ ਮੌਕੇ ਇੱਕ ਟੂਲ ਦੇ ਤੌਰ 'ਤੇ ਉਹਨੂੰ ਵਰਤ ਕੇ ਵਿਰੋਧੀਆਂ ਨੂੰ ਇੱਕ ਮੁੱਦਾ ਦੇ ਰਹੀ ਹੈ ਭਾਜਪਾ ਸਰਕਾਰ, ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਵੀ ਰਿਐਕਟ ਕਰ ਦਿੱਤਾ, ਆਮ ਆਦਮੀ ਪਾਰਟੀ ਨੇ ਵੀ ਰਿਐਕਟ ਕਰ ਦਿੱਤਾ, ਅਤੇ ਕਾਂਗਰਸ ਨੂੰ ਇਸ ਵੇਲੇ ਜਿਹੜੀਆਂ ਆਪਣੀਆਂ ਸਫਾਈਆਂ ਦੇਣੀਆਂ ਪੈ ਰਹੀਆਂ ਨੇ। ਮੁੱਖ ਮੰਤਰੀ ਚੰਨੀ ਹੈ ਜਿਹੜੇ, ਉਹ ਹੁਣ ਵੀ ਇਸ ਵੇਲੇ ਜਿਹੜੀ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੇ ਨੇ ਕਿ ਕਿਵੇਂ ਸਿਆਸੀ ਬਦਲਾਖੋਰੀ ਦੇ ਤਹਿਤ ਉਹਨਾਂ ਦੇ ਪਰਿਵਾਰ ਦੇ ਜਿਹੜੇ ਕਰੀਬੀ ਰਿਸ਼ਤੇਦਾਰ ਹੈ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਇਸ ਕਰਕੇ ਆਤਸ਼ ਜੀ ਇਹ ਗੱਲ ਕਿਸ ਤੋਂ ਭੁੱਲੀ ਨਹੀਂ ਕਿ ਇਹਨਾਂ ਦਾ ਮੋਟਿਵ ਕੀ ਹੈ, ਇਹਨਾਂ ਦਾ ਇਰਾਦਾ ਕੀ ਹੈ। ਚਰਨਜੀਤ ਜੀ, ਵੱਡਾ ਸਵਾਲ ਇਹ ਖੜਾ ਹੁੰਦਾ ਵੀ ਕਿ ਈਡੀ ਦੀ ਛਾਪੇਮਾਰੀ ਦੌਰਾਨ ਕਰੋੜਾਂ ਰੁਪਇਆ ਬਰਾਮਦ ਹੁੰਦਾ ਹੈ। ਅਸੀਂ ਜਾਣਨਾ ਚਾਹਾਂਗੇ ਕਿ ਇਹ ਪੈਸਾ ਕਿੱਥੋਂ ਆਇਆ ਹੈ, ਇਹਦੇ ਸਰੋਤ ਕੀ ਨੇ, ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ, ਇਸ ਬਾਰੇ ਵੀ ਚਾਨਣਾ ਪਾਓ। ਦੇਖੋ ਆਤਿਸ਼ ਜੀ, ਜਿੰਨੀਆਂ ਵੀ ਕੇਂਦਰੀ ਏਜੰਸੀਆਂ ਹੈ ਜਾਂ ਲਾ ਇਨਫੋਰਸਮੈਂਟ ਏਜੰਸੀਆਂ ਹੁੰਦੀਆਂ ਨੇ, ਉਹਨਾਂ ਨੂੰ ਹਰ ਚੀਜ਼ ਦਾ ਭੇਤ ਹੁੰਦਾ ਤਕਰੀਬਨ, ਉਹਨਾਂ ਨੂੰ ਪਤਾ ਹੁੰਦਾ ਹੈ। ਹੁਣ ਕੀ ਜਿਹੜੇ ਪੰਜਾਬ ਦੇ ਵਿੱਚ ਜਿੰਨੀ ਵੀ ਇਲੀਗਲ ਮਾਈਨਿੰਗ ਹੁੰਦੀ ਹੈ ਜਾਂ ਰੌਲਾ ਪੈਂਦਾ ਰਿਹਾ ਹੈ, ਜਾਂ ਹੁਣ ਚੋਣਾਂ ਦੇ ਵਿੱਚ ਇੱਕ ਮੇਨ ਇਸ਼ੂ ਦੇ ਤੌਰ 'ਤੇ ਉੱਭਰ ਰਿਹਾ ਹੈ, ਕੀ ਸੈਂਟਰ ਗੌਰਮੈਂਟ ਨੂੰ ਪਤਾ ਨਹੀਂ? ਕੈਪਟਨ ਅਮਰਿੰਦਰ ਸਿੰਘ ਵੀ ਤੁਹਾਡੇ ਸਾਹਮਣੇ, ਉਹ ਵੀ ਇਹ ਗੱਲ ਕਰਦੇ ਰਹਿੰਦੇ ਸੀ ਕਿ ਜਦੋਂ ਉਹਨਾਂ ਨੂੰ ਆਪਣੇ ਪਦ ਤੋਂ ਹਟਾਇਆ ਗਿਆ, ਉਹ ਵੀ ਕਹਿੰਦੇ ਸੀ ਕਿ ਪੰਜਾਬ ਦੇ ਰੇਤ ਮਾਫੀਏ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਦਾ ਨਾਮ ਬੋਲਦਾ, ਮੇਰੇ ਕੋਲ ਲਿਸਟ ਹੈਗੀ ਹੈ,
ਪਤਾ ਲੱਗਿਆ ਕਿ ਉਹਨਾਂ ਨੇ ਉੱਪਰ ਵੀ ਦੇ ਕੇ ਆਏ ਸੀ, ਉਸ ਟਾਈਮ ਹਾਈ ਕਮਾਂਡ ਨੂੰ ਵੀ ਦੇ ਕੇ ਆਏ ਸੀਗੇ। ਜੀ ਤਾਂ ਹੁਣ ਇਹਨਾਂ ਛਾਪਿਆਂ ਨੂੰ ਵੀ ਇਸ ਗੱਲ ਨਾਲ ਜੋੜਿਆ ਜਾ ਰਿਹਾ ਹੈ ਕਿ ਹੋ ਸਕਦਾ ਉਹ ਲਿਸਟ ਦਾ ਇਹ ਹਿੱਸਾ ਹੋਵੇ। ਜੀ ਇਹ ਸਾਰਾ ਪਤਾ ਏਜੰਸੀਆਂ ਨੂੰ ਪਤਾ ਹੁੰਦਾ ਕਿ ਕ੍ਰਾਈਮ ਕਿੱਥੇ ਹੋ ਰਿਹਾ, ਕਿੱਥੇ ਕਿਸ ਕਿਸਮ ਦਾ ਵਾਪਰ ਰਿਹਾ, ਪਰ ਇਹ ਕੀ ਆ, ਉਹ ਇਨਫੋਰਮੇਸ਼ਨ ਨੂੰ ਬਾਹਰ ਕੱਢਣ ਦੀ ਬਜਾਏ ਆਪਣੇ ਕੋਲ ਸੰਭਾਲ ਕੇ ਰੱਖ ਲੈਂਦੇ ਨੇ। ਇਹਨਾਂ ਨੂੰ ਲੱਗਦਾ ਕਿ ਜਦੋਂ ਵੀ ਮੌਕਾ ਆਏਗਾ ਉਸ ਠੰਡੇ ਵਸਤੇ ਤੋਂ ਕੱਢ ਕੇ ਇੱਕ ਪੋਲੀਟੀਕਲ ਮੋਟਿਵ ਲਈ ਉਸ ਨੂੰ ਯੂਜ਼ ਕੀਤਾ ਜਾਏਗਾ। ਜੀ ਹੁਣ ਇਹਨਾਂ ਕੇਸਾਂ ਦੇ ਛਾਪੇ ਪੰਜਾਬ ਦੇ ਵਿੱਚ ਪਏ ਆ 10 ਟਿਕਾਣਿਆਂ ਤੇ, ਚਾਹੇ ਉਹ ਮੁੱਖ ਮੰਤਰੀ ਦੇ ਕਰੀਬੀ ਹੋਵੇ, ਚਾਹੇ 9-10 ਜਿਹੜੇ ਹੋਰ ਲੋਕ ਹੋਣ, ਜਿਨ੍ਹਾਂ ਦੇ ਵਿੱਚ ਕੁਝ ਲੋਕ ਹੈ ਰੇਤ ਮਾਫੀਆ ਨਾਲ ਵੀ ਜੁੜੇ ਹੋਏ ਨੇ, ਰੇਤ ਦੇ ਕਾਰੋਬਾਰ ਨਾਲ ਵੀ ਡਾਇਰੈਕਟਰੀ ਜੁੜੇ ਹੋਏ ਨੇ। ਉਹਦੇ ਵਿੱਚ ਵੀ ਤਾਂ ਇਦਾਂ ਹੀ ਹੋਇਆ ਕਿ 7 ਮਾਰਚ 2018 ਨੂੰ ਪੰਜਾਬ ਪੁਲਿਸ ਇੱਕ FIR ਦਰਜ ਕਰਦੀ ਰਾਹੋਂ ਪੁਲਿਸ ਥਾਣੇ ਦੇ ਵਿੱਚ। ਜੀ ਉਹਦੇ ਵਿੱਚ 26 ਦੇ ਕਰੀਬ ਅਣਪਛਾਤੇ ਲੋਕ ਆ, ਜਿਹਦੇ ਵਿੱਚ ਟਿੱਪਰਾਂ ਦੇ ਕੋਈ ਡਰਾਈਵਰ ਵੀ ਹੈਗੇ ਨੇ, ਜੀ ਸ਼ਾਮਲ ਕੀਤੇ ਗਏ ਨੇ। ਇੱਕ ਨੂੰ ਬਾਈ ਨੇਮ ਉਹਦੇ ਵਿੱਚ ਪਾਇਆ ਗਿਆ ਹੈਗਾ। ਤਾਂ ਉਸ FIR ਨੂੰ ਆਧਾਰ ਬਣਾ ਕੇ ਹੀ 30 ਨਵੰਬਰ 2021 ਨੂੰ ਇਨਫੋਰਸਮੈਂਟ ਨੇ ਆਪਣੀ ਜਿਹੜੀ ਰਿਪੋਰਟ ਹੈ ਜਲੰਧਰ ਆਫਿਸ ਦੇ ਵਿੱਚ ਦਰਜ ਕੀਤੀ ਹੋਈ ਹੈ। ਉਹਦੇ ਵਿੱਚ ਅੱਗੇ ਇਨਵੈਸਟੀਗੇਸ਼ਨ ਕਰਕੇ ਤਾਂ ਪਤਾ ਲੱਗਿਆ ਕਿ ਜਿਹੜੇ ਲੋਕ ਬਾਈ ਨੇਮ ਜਿਹਦੇ ਖਿਲਾਫ ਪਰਚਾ ਦਰਜ ਹੋਇਆ ਸੀਗਾ 2018 ਦੇ ਵਿੱਚ ਪੰਜਾਬ ਪੁਲਿਸ ਨੇ ਕੀਤਾ ਸੀਗਾ, ਤਾਂ ਉਸ ਆਦਮੀ ਨੇ ਉਹ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦਾ ਹੈ। ਉਹਦੀ ਆਪਣੀ ਇੱਕ ਪ੍ਰੋਵਾਈਡਰ ਓਵਰਸੀਜ਼ ਇਮੀਗ੍ਰੇਸ਼ਨ ਏਜੰਸੀ ਹੈਗੀ ਹੈ, ਕੰਪਨੀ ਬਣਾਈ ਹੋਈ ਹੈ। ਉਹਨੇ ਰੇਤੇ ਦੇ ਠੇਕੇ ਵੀ ਲਏ ਹੋਏ ਸੀਗੇ, ਉਹਦੇ ਨਾਮ ਤੇ ਰੇਤੇ ਦੇ ਠੇਕੇ ਸੀ, ਪਰ ਇਲੀਗਲ ਮਾਈਨਿੰਗ ਦਾ ਉਸ ਤੇ ਪਰਚਾ ਹੋਇਆ ਸੀ। ਉਸ ਵਿਅਕਤੀ ਨੇ ਹੀ ਅੱਗੇ ਜਾ ਕੇ ਇੱਕ ਕੰਪਨੀ ਖੜੀ ਕੀਤੀ ਹੈਗੀ ਹੈ 6 ਮਹੀਨਿਆਂ ਬਾਅਦ, ਅਕਤੂਬਰ ਮਹੀਨੇ ਵਿੱਚ 2018 ਦੇ ਵਿੱਚ, ਇਮੀਗ੍ਰੇਸ਼ਨ ਕੰਪਨੀ ਓਵਰਸੀਜ਼। ਤਾਂ ਉਹਦੇ ਵਿੱਚ ਹੀ ਮੁੱਖ ਮੰਤਰੀ ਦੇ ਜਿਹੜੇ ਰਿਸ਼ਤੇਦਾਰ ਦਾ ਨਾਮ ਹੈਗਾ, ਉਸੇ ਨਾਲ ਹੀ ਕੋਰਲੇਟ ਕਰਕੇ ਇਸ ਨੂੰ ਅੱਗੇ ਗੱਲ ਵਧਾਈ ਜਾ ਰਹੀ ਹੈ ED ਵੱਲੋਂ। ਇਸੇ ਕਰਕੇ ਸਾਡੇ ਜਿਹੜੇ ਹੈਗੇ ਨੇ ਮੁੱਖ ਮੰਤਰੀ ਨੇ ਅੱਜ ਕਿਹਾ ਹੈਗਾ ਕਿ ਕਿਸੇ ਵੀ FIR 'ਚ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਕੋਈ ਨਾਂ ਨਹੀਂ ਹੈਗਾ। ਇਹ ਟੋਟਲੀ ਨਿਰੋਲ ਇੱਕ ਬਦਲਾਖੋਰੀ ਦੇ ਤਹਿਤ ਹੈ ਜਿਹੜਾ ਇਹ ਸਾਰਾ ਸਟੈਪ ਹੈ ਜਿਹੜਾ ਚੱਕਿਆ ਗਿਆ ਹੈ। ਪਰ ਇੰਨਾ ਜ਼ਰੂਰ ਹੈ ਕਿ ਇੱਕ ਗੱਲ ਤਾਂ ਸਾਫ਼ ਹੈ, ਕ੍ਰਾਈਮ ਤਾਂ ਹੋਇਆ ਬਿਲਕੁਲ। ਅਗਰ ED ਦੇ ਦਾਅਵਿਆਂ ਦੇ ਵਿੱਚ ਸੱਚਾਈ ਹੈ, ਸੱਚ ਹੈਗਾ, ਔਰ ਤਸਵੀਰਾਂ ਵੀ ਸਾਡੇ ਸਾਹਮਣੇ ਆਈਆਂ ਨੇ ਕਿ ਏਡੀ ਵੱਡੀ ਰਿਕਵਰੀ ਹੋਈ ਹੈ, ਜਿਸ ਤਰ੍ਹਾਂ ਕਿਹਾ ਜਾ ਰਿਹਾ ਹੈ, ਅੱਜ ਗੱਲਾਂ ਸਾਹਮਣੇ ਆ ਰਹੀਆਂ ਕਿ 10 ਕਰੋੜ ਰਿਕਵਰ ਹੋਏ ਨੇ ਕੁਝ ਲੋਕਾਂ ਤੋਂ, ਤੇ ਪਲੱਸ 21 ਲੱਖ। ਇੰਨਾ ਸੋਨਾ ਹੈ ਜਿਹੜਾ ਉਹ ਕਿੱਥੋਂ ਆਇਆ, ਉਹਦਾ ਸਰੋਤ ਕੀ ਰਿਹਾ, ਬਿਲਕੁਲ ਆਮਦਨ ਦੇ ਸਰੋਤ ਕੀ ਸੀ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਤੋਂ ਇਹ ਰਿਕਵਰ ਕੀਤਾ ਗਿਆ। ਇਹ ਇੱਕ ਇਨਵੈਸਟੀਗੇਸ਼ਨ ਦਾ ਮਾਮਲਾ ਹੈ। ED ਆਉਣ ਵਾਲੇ ਦਿਨਾਂ 'ਚ ਦੇਖੋ ਇਸ ਨੂੰ ਜੇ ਇੱਕ ਨਿਰਪੱਖ ਤਰੀਕੇ ਨਾਲ ਕਰਦੀ ਹੈ ਤਾਂ ਕ੍ਰਾਈਮ ਕੋਈ ਵੀ ਹੈ ਉਸ ਦੀ ਜਿਹੜੀ ਤਹਿ ਤੱਕ ਪਹੁੰਚਣਾ। ਲੋਕ ਭਾਜਪਾ ਸ਼ਾਮਲ ਹੋ ਰਹੇ ਨੇ ਕਿ ਵਿਰੋਧੀ ਆਖਦੇ ਨੇ ਕਿ ਉਹਨਾਂ ਨੂੰ ਡਰਾ ਧਮਕਾ ਕੇ ਲੋਕਾਂ ਨੂੰ ਭਾਜਪਾ ਦੇ ਵਿੱਚ ਸ਼ਾਮਲ ਕਰਾਇਆ ਜਾ ਰਿਹਾ। ਇਸੇ ਕੜੀ ਵਜੋਂ ਹੀ ਜਿਹੜੀ ਹੁਣ ਪੰਜਾਬ ਦੇ ਵਿੱਚ ਜਿਹੜੀਆਂ ਰੇਡਸ ਹੈ ਉਹ ਹੋਈਆਂ ਨੇ। ਭਾਜਪਾ ਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇੱਕ ਰੇਤ ਮਾਫੀਆ ਵੱਡਾ ਇਸ਼ੂ ਹੈ, ਤਾਂ ਪੰਜਾਬ ਦੇ ਵਿੱਚ ਇੱਕ ਦਲਿਤ ਮੁੱਖ ਮੰਤਰੀ ਹੈ, ਹੋ ਸਕਦਾ ਉਹਨੂੰ ਲੱਗਦਾ ਹੋਵੇ ਕਿ ਅਸੀਂ ਇਹਨਾਂ ਦਾ ਜਿਹੜੀ ਪੋਲੀਟੀਕਲ ਪਾਪੂਲੈਰਿਟੀ ਵੀ ਬਣੀ ਹੋਈ ਹੈ ਉਸ ਨੂੰ ਅਸੀਂ ਕੋਈ ਸੱਟ ਮਾਰ ਦੇਈਏ। ਇਸ ਨਜ਼ਰੀਏ ਤੋਂ ਵੀ ਇਹ ਫੈਸਲਾ ਹੋ ਸਕਦਾ ਹੈ। ਇਹ ਜ਼ਰੂਰ ਪੰਜਾਬ ਦੀਆਂ ਪੋਲੀਟਿਕਸ ਨੂੰ ਪ੍ਰਭਾਵਿਤ ਕਰੇਗਾ। ਹੁਣ ਵਿਰੋਧੀ ਧਿਰਾਂ ਨੇ ਇਸ ਗੱਲ ਨੂੰ ਲੈ ਕੇ ਕਿ ਰੇਤ ਮਾਫੀਏ ਦੇ ਵਿੱਚ ਜਿੱਥੇ ਪਹਿਲਾਂ ਕੈਪਟਨ ਨੂੰ ਕਿਹਾ ਜਾਂਦਾ ਸੀ ਕਿ ਕੈਪਟਨ ਇਨਵੋਲਵ ਰਿਹਾ ਹੈ, ਅਗਰ ਉਸ ਨੂੰ ਪਤਾ ਸੀ ਕਿ ਉਸਦੇ ਵਿਧਾਇਕ, ਉਸਦੇ ਵਜ਼ੀਰ ਇਸ ਕਾਰੋਬਾਰ 'ਚ ਇਨਵੋਲਵ ਨੇ, ਤਾਂ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਉਸ ਟਾਈਮ? ਬਿਲਕੁਲ। ਤਾਂ ਸਾਰੀ ਜਿਹੜੀ ਉਸ 'ਤੇ ਤੋੜਾ ਝਾੜ ਦਿੱਤਾ ਜਾਂਦਾ ਸੀਗਾ। ਪਰ ਚੰਨੀ ਦੇ 111 ਦਿਨਾਂ ਦਾ ਕਾਰਜਕਾਲ ਹੈ ਜਿਹੜਾ ਉਹ ਇੱਕ ਵੱਖਰੇ ਤਰੀਕੇ ਨਾਲ ਦੇਖਿਆ ਜਾਂਦਾ ਸੀ। ਤਾਂ ਭਾਜਪਾ ਦੀ ਕੋਸ਼ਿਸ਼ ਹੋਏਗੀ ਕਿ ਇਸ ਕਾਰਜਕਾਲ ਨੂੰ ਵੀ ਉਸ ਦੇ ਵਿੱਚ ਪਾਇਆ ਜਾਵੇ, ਚਾਹ ਕੇ ਇਹਨਾਂ ਚੋਣਾਂ ਦੇ ਵਿੱਚ ਇਸ ਚੀਜ਼ ਦਾ ਜਿਹੜਾ ਲਾਹਾ ਖੱਟਿਆ ਜਾਵੇ। ਸੱਚ ਕੀ ਹੈ, ਝੂਠ ਕੀ ਹੈ, ਤਾਂ ਚਲੋ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਇਸ ਗੱਲ ਦਾ ਨਿਤਾਰਾ ਹੋ ਜਾਣਾ। ਪਰ ਮੁੱਖ ਮੰਤਰੀ ਚੰਨੀ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ ਨੇ 2-3 ਪਿਛਲੇ ਦਿਨਾਂ 'ਚ ਸਟੈਂਡ ਲਏ ਸੀ, ਜਿਸ ਕਰਕੇ ਭਾਜਪਾ ਨੇ ਉਹਦੇ ਖਿਲਾਫ ਉਹਦੇ ਰਿਸ਼ਤੇਦਾਰਾਂ ਦੇ ਘਰ ਜਿਹੜੇ ED ਦੇ ਛਾਪੇ ਮਾਰਨੇ ਸ਼ੁਰੂ ਕੀਤੇ ਨੇ। ਇੱਕ ਤਾਂ ਉਹ ਕਹਿ ਰਹੇ ਨੇ ਕਿ ਭਾਜਪਾ ਦਾ ਪੁਰਾਣਾ ਪੈਂਤੜ ਹੈ ਕਿ ਚੋਣਾਂ ਵੇਲੇ ਬਾਕੀ ਸਟੇਟਾਂ ਦੇ ਜਿਸ ਤਰ੍ਹਾਂ ਪੱਛਮੀ ਬੰਗਾਲ ਦੇ ਵਿੱਚ ED ਦੀ ਨੂੰ ਵਰਤੋਂ ਕੀਤੀ ਗਈ ਸੀ, ਉਸ ਤਰ੍ਹਾਂ ਪੰਜਾਬ ਦੇ ਵਿੱਚ ਵਰਤੋਂ ਕੀਤੀ ਜਾ ਰਹੀ ਹੈ। ਦੂਜੀ ਉਹ ਕਹਿ ਰਹੇ ਨੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਉਹਨਾਂ ਨੇ ਖੁੱਲ੍ਹ ਕੇ ਕਿਸਾਨਾਂ ਦੇ ਹਮਾਇਤ ਕੀਤੀ ਸੀ, ਜਿਸ ਕਰਕੇ ਉਸ ਨੂੰ ਨਿਸ਼ਾਨਾ ਬਣਾ ਰਿਹਾ ਹੈ। ਤੀਸਰੀ ਗੱਲ ਇਹ ਵੀ ਕਹੀ ਜਾ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਦੀ ਜਦੋਂ ਫਿਰੋਜ਼ਪੁਰ ਰੈਲੀ ਰੱਦ ਹੋਈ ਹੈ ਕਿ ਉਹਨਾਂ ਨੇ ਖੁੱਲ੍ਹ ਕੇ ਪੰਜਾਬ ਦੇ ਪੱਖ ਦੇ ਵਿੱਚ, ਪੰਜਾਬੀਅਤ ਦੇ ਪੱਖ ਦੇ ਵਿੱਚ ਸਟੈਂਡ ਲਿਆ ਸੀ, ਅਤੇ ਜਿਸ ਕਰਕੇ ਉਸ ਨੂੰ ਅੱਜ ਇਹ ਜਿਹੜਾ ਭੁਗਤਣਾ ਪੈ ਰਿਹਾ ਹੈ। ਅਤੇ ਆਉਣ ਵਾਲੇ ਦਿਨਾਂ 'ਚ ਚੋਣ ਮਾਹੌਲ ਹੋਰ ਭਖੇਗਾ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਇੱਕ ਪੋਲੀਟੀਕਲ ਧਿਰ ਇਹ ਵੀ ਕਹਿ ਰਹੀ ਹੈ ਵਿੱਚ ਸਰਕਲ ਕਿ ਅਗਰ ਇਸ ਤਰ੍ਹਾਂ ਦਾ ਇਹ ਨਿਸ਼ਾਨਾ ਬਣਾਇਆ ਗਿਆ ਹੈ ਸਾਡੇ ਮੁੱਖ ਮੰਤਰੀ ਨੂੰ, ਤਾਂ ਉਹ ਕਹਿ ਰਹੇ ਕਿ ਦਲਿਤ ਮੁੱਖ ਮੰਤਰੀ ਹੈ, ਇਸ ਨੂੰ ਦਲਿਤਾਂ 'ਤੇ ਹਮਲਾ ਦੱਸਿਆ ਜਾ ਰਿਹਾ, ਇਸ ਨੂੰ ਪੰਜਾਬ 'ਤੇ ਹਮਲਾ ਦੱਸਿਆ ਜਾ ਰਿਹਾ।
ਇਸ ਨੂੰ ਪੰਜਾਬੀਅਤ 'ਤੇ ਇੱਕ ਅਟੈਕ ਦੱਸਿਆ ਜਾ ਰਿਹਾ। ਤਾਂ ਇਹਦੇ ਨਾਲ ਇੱਕ ਇਹ ਵੀ ਗੱਲ ਹੋ ਸਕਦੀ ਹੈ ਕਿ ਜਿੰਨਾ ਉਹ ਭਾਈਚਾਰਾ ਹੈ ਉਹ ਇੱਕ ਸਮਝੇ ਕਿ ਭਾਜਪਾ ਸਾਡੇ ਨਾਲ ਬਦਲਾਖੋਰੀ ਕਰ ਰਹੀ ਹੈ, ਕਿ ਉਹ ਇਕਮੁੱਠ ਹੋ ਕੇ ਮੁੱਖ ਮੰਤਰੀ ਦੇ ਨਾਲ ਖੜ ਜਾਣ। ਔਰ ਇਹ ਵੀ ਪੋਸੀਬਿਲਿਟੀ ਹੈਗੀ ਹੈ ਕਿ ਉਹਨਾਂ ਨੂੰ ਲੱਗੇ ਕਿ ਏਡੀ ਵੱਡੀ ਰਿਕਵਰੀ ਹੋਈ ਹੈ ਤਾਂ ਉਹਨਾਂ ਦਾ ਮਨ ਜਿਹੜਾ ਖੱਟਾ ਵੀ ਹੋ ਸਕਦਾ ਹੈ। ਇਹ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਆਉਣ ਵਾਲੇ ਦਿਨਾਂ 'ਚ ਚੋਣਾਂ ਦਾ ਮਾਹੌਲ ਹੋਰ ਭਖਣਾ ਹੈ ਅਤੇ ਸੀਐਮ ਦੇ ਚਿਹਰੇ ਨੂੰ ਲੈ ਕੇ ਵੀ ਪੰਜਾਬ ਦੇ ਵਿੱਚ ਰੌਲਾ ਪਿਆ ਹੋਇਆ ਹੈ। ਆਮ ਨੇ ਤਾਂ ਭਗਵੰਤ ਮਾਨ ਨੂੰ ਆਪਣਾ ਐਲਾਨ ਦਿੱਤਾ ਹੈਗਾ ਅਤੇ ਪੰਜਾਬ ਦੇ ਵਿੱਚ ਅੱਜ ਰਣਦੀਪ ਸੁਰਜੇਵਾਲਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਹਨਾਂ ਨੇ ਫੇਰ ਕਿਹਾ ਕਿ ਸਾਡੇ ਜਿਹੜੇ ਪਾਰਟੀ ਦੇ ਸਰਦਾਰ ਹੈ ਉਹ ਨਵਜੋਤ ਸਿੱਧੂ ਹੋਣਗੇ, ਸਰਕਾਰ ਦੇ ਸਰਦਾਰ ਹੈ ਜਿਹੜੇ ਚਿਹਰਾ ਉਹ ਸਾਡੇ ਚੰਨੀ ਹੋਣਗੇ, ਅਤੇ ਆਉਣ ਵਾਲੇ ਦਿਨਾਂ 'ਚ ਆਤਿਸ਼ ਜੀ ਬਹੁਤ ਕੁਛ ਹੋਣਾ ਹੈ ਜੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।